ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸ਼ੀਹਾਂ ਬਾਜਾਂ ਚਰਗਾਂ ਕੁਹੀਆਂ, ਇਨ੍ਹਾਂ ਖਵਾਲੇ ਘਾਹ ਖਾਨ ਤਿਨਾਂ ਮਾਸ ਖਵਾਲੇ। ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਜੇਤੇ ਜੀ ਜੀਵਹਿ ਲੈ ਸਾਹ, ਜੀਵਾਲੇ ਤਾਕੇ ਅਸਾ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾ। ਢੱਡੈ ਢਾਹ ਉਸਾਰੇ ਆਪੇ, ਜਿਉਂ ਤਿਸ ਭਾਵੈ ਤਿਵੈ ਕਰੇ। ਕਰ ਕਰ ਦੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕਉ ਨਦਰ ਕਰੇ। ਕਰ ਕਰ ਦੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕਉ ਨਦਰ ਕਰੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਮਤ ਸਦਕਾ ਪਾਵਨ ਹਜ਼ੂਰੀ 'ਚ ਜੁੜ ਬੈਠੇ ਆ। ਤੇ ਜੇਕਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹੀਏ ਤਾਂ ਸਤਿਗੁਰੂ ਜੀ ਕਹਿੰਦੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਸਕਦਾ ਵਧਾਈ ਦੇ ਪਾਤਰ ਲਫ਼ਜ਼ ਨਾ ਸਮਝਾਵੇ, ਇਹਨੂੰ ਮੈਂ ਸਿੱਧਾ ਕਹਿ ਦੇਵਾਂ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ। ਕਿਉਂ ਕਿਉਂ ਵਧਾਈਆਂ ਨੇ? ਗੁਰੂ ਰਾਮਦਾਸ ਮਹਾਰਾਜ ਹੁਣੇ ਹੀ ਆਸਾ ਕੀ ਵਾਰ ਦੇ ਵਿੱਚੋਂ ਆਪਾਂ ਪੜ੍ਹਿਆ, ਭਾਈ ਸਾਹਿਬ ਜੀ ਨੇ ਕੀਰਤਨ ਰੂਪ ਵਿੱਚ ਸਾਨੂੰ ਸਰਵਣ ਕਰਾਇਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਮਨ ਵਧਾਈਆਂ, ਜਿਨ੍ਹਾਂ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਉਹ ਮਾਲਕ ਦੀ ਕਿਰਪਾ ਦੇ ਨਾਲ ਹੀ ਸਤਿਗੁਰਾਂ ਦੇ ਦੀਦਾਰ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਇਹਨਾਂ ਅੱਖਾਂ ਦੇ ਨਾਲ। ਤੇ ਜੇ ਇਹ ਮੌਕਾ ਮਿਲਿਆ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ, ਕਿਉਂਕਿ ਹਰ ਇੱਕ ਦੇ ਇਹ ਨਸੀਬ ਦੇ ਵਿੱਚ ਨਹੀਂ ਹੁੰਦਾ ਕਿ ਉਹ ਇਸ ਸਮੇਂ ਦੀ ਸੰਭਾਲ ਕਰ ਸਕਣ, ਗੁਰੂ ਦੇ ਦਰ ਤੇ ਆਣ ਕੇ ਇਹਨਾਂ ਅੱਖਾਂ ਨਾਲ ਦੀਦਾਰ ਕਰ ਪਾਉਣ। ਤੇ ਜੇ ਸਾਨੂੰ ਇਹ ਮੌਕਾ ਮਿਲਿਆ ਇਹਨਾਂ ਸਾਧ ਸੰਗਤ ਇਹਨਾਂ ਅੱਖਾਂ ਨਾਲ ਦੀਦਾਰ ਕਰਨ ਦਾ, ਦਰਸ਼ਨ ਕਰਨ ਦਾ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਸੀਸ ਨੂੰ ਝੁਕਾਈਏ, ਆਜ਼ਿਜ਼ ਹੋ ਜਾਈਏ ਗੁਰੂ ਦੇ ਦਰ ਤੇ। ਮਾਲਕ ਜੇ ਇਹਨਾਂ ਅੱਖਾਂ ਦੇ ਨਾਲ ਤੁਸੀਂ ਦੀਦਾਰ ਬਖਸ਼ੇ ਨੇ ਤੇ ਕਿਰਪਾ ਕਰੋ ਕਿਤੇ ਉਹਨਾਂ ਅੱਖਾਂ ਦੇ ਨਾਲ ਦੀਦਾਰ ਹੋ ਜਾਣ
ਜਿਨ੍ਹਾਂ ਦੇ ਨਾਲ ਦੀਦਾਰ ਕਰਨਾ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਉਹ ਦਰਸ਼ਨ ਵੀ ਤੁਹਾਡੇ ਹੋ ਜਾਣ ਜਿਨ੍ਹਾਂ ਦਰਸ਼ਨਾਂ ਨੂੰ ਪਾਉਣ ਦੀ ਲਾਲਸਾ ਤਾਂ ਬਹੁਤਿਆਂ ਦੇ ਅੰਦਰ ਹੋਏਗੀ, ਪਰ ਉਹ ਦਰਸ਼ਨ ਨਸੀਬ ਕਿਸੇ ਵਿਰਲੇ ਨੂੰ ਹੁੰਦੇ ਨੇ। ਤੇ ਸਾਧ ਸੰਗਤ, ਐਸੀ ਗੱਲ ਨਹੀਂ ਹੈ ਕਿ ਉਹ ਦਰਸ਼ਨ ਜਿਨ੍ਹਾਂ ਦੀ ਲਾਲਸਾ ਹੈ ਅਸਾਂ ਜੀਵਾਂ ਦੇ ਅੰਦਰ, ਉਹ ਸਾਨੂੰ ਮਿਲਣਗੇ ਨਹੀਂ, ਮਿਲਣਗੇ ਜ਼ਰੂਰ, ਪਰ ਗੁਰੂ ਦੇ ਦਰ ਤੇ ਆਣ ਕੇ ਝੁਕਣਾ ਪਏਗਾ, ਬੇਨਤੀ ਕਰਨੀ ਪਏਗੀ। ਇਸੇ ਮੌਕਾ ਮਿਲਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਢੱਡੈ ਢਾਹ ਉਸਾਰੇ ਆਪੇ, ਜਿਉਂ ਤਿਸ ਭਾਵੈ ਤਿਵੇਂ ਕਰੇ, ਕਰ ਕਰ ਦੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾਕੋ ਨਦਰ ਕਰੇ। ਢੱਡਾ ਅੱਖਰ ਹੈ ਗੁਰਮੁਖੀ ਦਾ, ਢੱਡਾ ਲੈਟਰ ਹੈ, ਉਹਦੇ ਰਾਹੀਂ ਉਪਦੇਸ਼ ਹੈ। ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਆਪਣੇ ਹੁਕਮ ਦੇ ਵਿੱਚ ਹੀ ਸਭ ਕੁਝ ਸਾਜਦਾ ਹੈ ਤੇ ਢਾ ਦਿੰਦਾ ਹੈ। ਉਹ ਆਪਣੇ ਹੁਕਮ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਤੇ ਉਧਾਰ ਉਸ ਦਾ ਹੁੰਦਾ ਹੈ। ਇਸ ਸੰਸਾਰ ਸਾਗਰ ਤੋਂ ਤਰਦਾ ਉਹ ਹੈ ਜਿਸ ਦੇ ਉੱਤੇ ਉਹਦੀ ਨਜ਼ਰ ਹੋ ਜਾਏ, ਜਿਸ ਦੇ ਉੱਤੇ ਉਹਦੀ ਮਿਹਰ ਭਰੀ ਨਿਗਾਹ ਹੋ ਜਾਏ, ਨਜ਼ਰ ਹੋ ਜਾਏ। ਇਹ ਕੀ ਸਤਿਗੁਰੂ ਜੀ ਉਪਦੇਸ਼ ਸਾਨੂੰ ਸਮਝਾ ਰਹੇ ਨੇ, ਕੀ ਉਪਦੇਸ਼ ਸਾਡੀ ਝੋਲੀ 'ਚ ਪਾ ਰਹੇ ਨੇ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਸਤਿਗੁਰੂ ਜੀ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਗੱਲ ਤਾਂ ਹਰ ਇੱਕ ਨੂੰ ਪਤਾ ਹੈ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਚੱਲਦਾ ਹੈ। ਇਹ ਸੰਸਾਰ ਨੂੰ ਬਣਾਉਣ ਵਾਲਾ ਮਾਲਕ, ਇਸ ਨੂੰ ਕ੍ਰੀਏਟ ਕਰਨ ਵਾਲਾ ਉਹ ਪਰਮਾਤਮਾ, ਜੇ ਉਹਨੇ ਆਪਣੇ ਹੁਕਮ ਦੇ ਵਿੱਚ ਇਸ ਨੂੰ ਸਾਜਿਆ ਹੈ, ਸਵਾਰਿਆ ਹੈ, ਤੇ ਇਸ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਖਤਮ ਵੀ ਕਰ ਸਕਦਾ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਪਸਾਓ ਦਾ ਮਤਲਬ ਹੈ ਪਸਾਰਾ, ਪਸਾਰ ਦੇਣਾ, ਕ੍ਰੀਏਸ਼ਨ, ਕ੍ਰੀਏਟ ਕਰ ਦੇਣੀ, ਸਭ ਕੁਝ ਪੈਦਾ ਕਰ ਦੇਣਾ। ਤੇ ਉਹ ਸਭ ਕੁਝ ਪੈਦਾ ਕਰਨ ਦੇ ਲਈ ਪ੍ਰਮਾਤਮਾ ਨੂੰ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਈ, ਕੋਈ ਬੜਾ ਲੰਬਾ ਸਮਾਂ ਪ੍ਰਮਾਤਮਾ ਨੂੰ ਕੰਮ ਨਹੀਂ ਇਹਦੇ ਉੱਤੇ ਕਰਨਾ ਪਿਆ। ਉਸਨੇ ਇੱਕ ਹੁਕਮ ਕੀਤਾ, ਏਕਾ ਕਵਾਓ। ਕਵਾਓ ਦਾ ਮਤਲਬ ਇੱਥੇ ਹੁਕਮ ਹੈ। ਇੱਕ ਹੁਕਮ ਦੇ ਨਾਲ ਹੀ ਸਾਰਾ ਸੰਸਾਰ ਜਿਹੜਾ ਪ੍ਰਮਾਤਮਾ ਨੇ ਇੱਕ ਪਲ ਦੇ ਵਿੱਚ ਸਾਜ ਕੇ ਰੱਖ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਵੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ, 2 ਵਾਰ ਦਿਨ ਦੇ ਵਿੱਚ। ਜਿਹੜੇ ਭਾਵਨਾ ਵਾਲੇ ਨਿਤਨੇਮ ਕਰਦੇ ਨੇ ਸਵੇਰੇ ਸ਼ਾਮ, ਉਹ 2 ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਰੋਜ਼ਾਨਾ ਹੀ ਪੜ੍ਹਦੇ ਨੇ। ਕੀ ਕਹਿੰਦੇ ਨੇ ਸਤਿਗੁਰੂ ਜੀ? ਚੌਪਈ ਦੇ ਵਿੱਚ ਬਚਨ ਹੈ ਜੀ, ਸਾਹਿਬ ਜੀ ਕਹਿੰਦੇ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇ ਅਪਾਰਾ। ਜਦੋਂ ਪ੍ਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਜ਼ਾਹਰ ਕੀਤੀ, ਸੰਸਾਰ ਨੂੰ ਸਾਜ ਦਿੱਤਾ। ਪ੍ਰਜਾ ਧਰਤ ਤਬ ਦੇ ਅਪਾਰਾ, ਧਰਤੀ ਬਣਾ ਦਿੱਤੀ, ਸਰੀਰ ਬਣਾ ਦਿੱਤੇ। ਏਦਾਂ ਕਹਿ ਲਈਏ ਕਿ ਪੂਰੇ ਸੰਸਾਰ ਦੀ ਸਾਜਨਾ ਪ੍ਰਮਾਤਮਾ ਨੇ ਕਰ ਦਿੱਤੀ ਆਪਣੇ ਹੁਕਮ ਦੇ ਰਾਹੀਂ। ਤੇ ਨਾਲ ਅਗਲਾ ਬਚਨ ਵੀ ਪੜੋ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਤੇ ਜਦੋਂ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਸੰਸਾਰ ਨੂੰ ਸਾਜਿਆ ਹੈ, ਤੇ ਉਹ ਆਪਣੇ ਹੁਕਮ ਦੇ ਅਕੋਰਡਿੰਗਲੀ ਹੀ ਇਸ ਸਾਰੇ ਸਾਜੇ ਹੋਏ ਨੂੰ ਆਪਣੇ ਦੇ ਵਿੱਚ ਸਮੇਟ ਸਕਦਾ ਹੈ। ਜਦੋਂ ਉਹਦੀ ਰਜ਼ਾ ਹੋਈ, ਜਦੋਂ ਉਹਦੀ ਮਰਜ਼ੀ ਹੋਈ, ਜੋ ਕੁਛ ਵੀ ਉਹਨੇ ਕ੍ਰੀਏਟ ਕੀਤਾ ਹੈ, ਇਸ ਸਭ ਕੁਝ ਨੂੰ ਉਹ ਆਪਣੇ ਵਿੱਚ ਸਮਾ ਲਏਗਾ। ਹੁਣ ਸਮਾਉਣ ਦਾ ਭਾਵ ਥੋੜਾ ਜਿਹਾ ਆਪਾਂ ਐਗਜ਼ਾਮਪਲ ਦੇ ਥਰੂ ਸਮਝ ਲਈਏ। ਤੁਸੀਂ ਮੈਜੀਸ਼ੀਅਨਸ ਦੇਖੇ ਹੋਣਗੇ ਜਿਹੜੇ ਜਾਦੂ ਦਾ ਖੇਲ ਦਿਖਾਉਂਦੇ ਨੇ। ਆਮ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਨਾ ਇਹ ਮੈਜੀਸ਼ੀਅਨ ਆਇਆ ਕਰਦੇ ਸੀ। ਅੱਜ ਕੱਲ ਇਹ ਟ੍ਰੈਂਡ ਵੈਸੇ ਘਟ ਗਿਆ, ਦੂਸਰੇ ਮੈਜੀਸ਼ੀਅਨ ਸਟੇਜ ਸ਼ੋਅ ਕਰਨ ਵਾਲੇ ਬੜੇ ਨਜ਼ਰ ਆਉਂਦੇ ਨੇ ਅੱਜ ਕੱਲ। ਉਹ ਮੈਜੀਸ਼ੀਅਨ ਕੀ ਕਰਿਆ ਕਰਦੇ ਸੀ, ਉਹਨਾਂ ਨੇ ਬੈਠ ਜਾਣਾ ਜ਼ਮੀਨ ਦੇ ਉੱਤੇ ਤੇ ਆਪਣੇ ਉੱਤੇ ਨਾ ਇੱਕ ਚਾਦਰ ਲੈ ਲੈਣੀ। ਉਸ ਚਾਦਰ ਦੇ ਵਿੱਚੋਂ ਉਹਨਾਂ ਨੇ ਬੜਾ ਸਮਾਨ ਕੱਢ ਕੱਢ ਕੇ ਬਾਹਰ ਰੱਖ ਦੇਣਾ। ਸਾਈਕਲ ਕੱਢ ਦੇਣਾ, ਕੋਈ ਟੀਵੀ ਕੱਢ ਦੇਣਾ, ਕੋਈ ਟੇਪ ਰਿਕਾਰਡਰ ਕੱਢ ਕੇ ਬਾਹਰ ਰੱਖ ਦੇਣਾ। ਤੇ ਦੇਖਣ ਵਾਲਾ ਹੈਰਾਨ ਹੋ ਕੇ ਰਹਿ ਜਾਂਦਾ ਸੀ ਕਿ ਇੱਕ ਚਾਦਰ ਦੇ ਵਿੱਚੋਂ ਇਹ ਸਭ ਕੁਝ ਕੱਢੀ ਕਿਵੇਂ ਜਾ ਰਿਹਾ ਹੈ ਬਾਹਰ।
ਜਦੋਂ ਤੱਕ ਉਹਦਾ ਖੇਲ ਚੱਲਣਾ, ਜਦੋਂ ਤੱਕ ਉਸਨੇ ਉਹ ਆਪਣਾ ਸ਼ੋਅ ਦਿਖਾਉਣਾ, ਕੁਝ ਨਾ ਕੁਝ ਉਹਨੇ ਇਸੇ ਤਰ੍ਹਾਂ ਦਾ ਕਰਕੇ ਦਿਖਾਈ ਜਾਣਾ। ਪਰ ਜਦੋਂ ਉਹਨੇ ਸਮਾਪਤੀ ਕਰਨੀ, ਉਹਦਾ ਖੇਡ ਜਿਹੜਾ ਹੈ ਉਹ ਖਤਮ ਹੋਣਾ, ਜੋ ਕੁਝ ਵੀ ਉਸਨੇ ਬਾਹਰ ਕੱਢਿਆ ਸੀ ਉਹਨੇ ਸਭ ਕੁਝ ਉਹਦੇ ਵਿੱਚ ਸਮੇਟ ਦੇਣਾ। ਉਹ ਕਿੱਥੇ ਚਲਾ ਜਾਂਦਾ ਹੈ ਪਤਾ ਨਹੀਂ। ਉਹਦੇ ਹੱਥ ਦੀ ਸਫਾਈ ਕਹਿ ਲਈਏ, ਇੱਕ ਜਾਦੂ ਦਾ ਤਮਾਸ਼ਾ ਕਹਿ ਲਈਏ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਵੀ ਪ੍ਰਮਾਤਮਾ ਨੇ ਇੱਕ ਜਾਦੂ ਦਾ ਤਮਾਸ਼ਾ ਹੀ ਬਣਾਇਆ ਹੋਇਆ ਹੈ। ਉਹਨੇ ਆਪਣੇ ਵਿੱਚੋਂ ਇਸ ਨੂੰ ਕ੍ਰੀਏਟ ਕਰ ਦਿੱਤਾ ਹੈ। ਤੇ ਜਦੋਂ ਉਹਦੀ ਰਜ਼ਾ ਹੋਈ, ਜਦੋਂ ਉਹਦਾ ਹੁਕਮ ਹੋਇਆ, ਜਦੋਂ ਉਸਨੇ ਇਸ ਖੇਡ ਨੂੰ ਸਮਾਪਤ ਕਰਨਾ ਹੋਇਆ, ਤੇ ਜੋ ਕੁਝ ਵੀ ਉਤਪੰਨ ਕੀਤਾ ਹੈ, ਜੋ ਕੁਝ ਵੀ ਆਪਣੇ ਤੋਂ ਕ੍ਰੀਏਟ ਕੀਤਾ ਹੈ ਨਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਉਸ ਸਭ ਕੁਝ ਨੂੰ ਆਪਣੇ ਵਿੱਚ ਉਹਨੇ ਸਮਾ ਲੈਣਾ ਹੈ, ਖਤਮ ਹੋ ਜਾਣਾ ਸਭ ਕੁਝ। ਤੇ ਇਹ ਕੋਈ ਫਸਟ ਟਾਈਮ ਨਹੀਂ ਹੋਏਗਾ, ਇਹ ਪਹਿਲੀ ਵਾਰ ਨਹੀਂ ਹੋਏਗਾ। ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਕਈ ਵਾਰ ਪਸਰਿਓ ਪਾਸਾਰ, ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਵਾਰ ਪ੍ਰਮਾਤਮਾ ਨੇ ਇਸ ਖੇਡ ਨੂੰ ਬਣਾਇਆ ਹੈ ਤੇ ਇਹਨੂੰ ਢਾ ਦਿੱਤਾ ਹੈ। ਨਾ ਪ੍ਰਮਾਤਮਾ ਨੂੰ ਬਣਾਉਣ ਲੱਗਿਆ ਕੋਈ ਖੁਸ਼ੀ ਹੁੰਦੀ ਜੇ, ਤੇ ਨਾ ਇਹਨੂੰ ਢਾਉਣ ਲੱਗਿਆ ਕੋਈ ਗਮ ਲੱਗਦਾ ਜੇ। ਯਾਦ ਰਹੇ, ਪ੍ਰਮਾਤਮਾ ਨੂੰ ਨਾ ਤਾਂ ਜਦੋਂ ਇਹ ਸੰਸਾਰ ਬਣਾਇਆ ਉਹਨੇ ਉਦੋਂ ਖੁਸ਼ੀ ਹੋਈ, ਤੇ ਜਦੋਂ ਇਹਨੂੰ ਖਤਮ ਕਰੇਗਾ ਉਹਨੂੰ ਗਮ ਵੀ ਕੋਈ ਨਹੀਂ ਜੇ ਹੋਣਾ। ਬੱਚੇ ਜਾਂਦੇ ਨੇ ਨਾ ਬੀਚ ਤੇ ਖੇਡਣ ਵਾਸਤੇ, ਉੱਥੋਂ ਰੇਤ ਇਕੱਠੀ ਕਰਕੇ, ਸੈਂਡ ਇਕੱਠੀ ਕਰਕੇ ਉੱਥੇ ਘਰ ਬਣਾ ਦਿੰਦੇ ਨੇ, ਕਾਸਲ ਬਣਾ ਦਿੰਦੇ ਨੇ ਬੜੇ ਪਿਆਰੇ। ਤੇ ਜਦੋਂ ਉਹ ਬਣਾਉਂਦੇ ਪਏ ਨੇ, ਉਹਨਾਂ ਦੇ ਚਿਹਰੇ ਤੇ ਤਾਂ ਖੁਸ਼ੀ ਹੋਏਗੀ, ਤੁਹਾਨੂੰ ਆਵਾਜ਼ ਮਾਰ ਕੇ ਕਹਿਣਗੇ ਵੀ ਕਿ ਮੈਂ ਬਣਾਇਆ। ਤੁਸੀਂ ਦੇਖ ਕੇ ਉਹਦੀ ਵਡਿਆਈ ਵੀ ਕਰੋਗੇ, ਉਹਨੂੰ ਚੰਗਾ ਵੀ ਕਹੋਗੇ, ਉਹਨੂੰ ਹੱਲਾਸ਼ੇਰੀ ਦਓਗੇ ਕਿ ਬੜਾ ਸੋਹਣਾ ਬਣਾਇਆ ਬੇਟਾ। ਪਰ ਜਦੋਂ ਤੁਸੀਂ ਆਵਾਜ਼ ਦਿੰਦੇ ਹੋ ਨਾ ਕਿ ਚਲੋ ਘਰ ਚੱਲੀਏ, ਟਾਈਮ ਹੋ ਗਿਆ, ਤੇ ਉਹੀ ਘਰ, ਉਹੀ ਕਾਸਲ ਜਿਹਨੂੰ ਬੜੇ ਪਿਆਰ ਦੇ ਨਾਲ ਉਹ ਬੱਚਾ ਬਣਾਉਂਦਾ ਪਿਆ ਸੀ ਨਾ, ਇੱਕ ਪਲ ਦੇ ਵਿੱਚ ਉਹ ਲੱਤ ਮਾਰ ਕੇ ਉਹਨੂੰ ਢਾਹ ਕੇ ਆਪਣੇ ਘਰ ਨੂੰ ਤੁਰ ਪੈਂਦਾ। ਹੁਣ ਉਹਨੂੰ ਬਣਾਉਣ ਲੱਗਿਆ ਤੇ ਖੁਸ਼ੀ ਹੁੰਦੀ ਪਈ ਸੀ, ਪਰ ਢਾਉਣ ਲੱਗਿਆ ਉਹਨੂੰ ਗਮ ਕੋਈ ਨਹੀਂ ਆਇਆ। ਢਾਉਣ ਲੱਗਿਆ ਵੀ ਉਹਦੇ ਮਨ ਦੇ ਵਿੱਚ ਇੱਕ ਅਜੀਬ ਜੀ ਖੁਸ਼ੀ ਸੀ ਕਿ ਮੈਂ ਆਪਣੇ ਪੈਰ ਦੇ ਨਾਲ, ਆਪਣੀ ਲੱਤ ਦੇ ਨਾਲ ਇਹਨੂੰ ਇੱਕ ਪਲ ਦੇ ਵਿੱਚ ਤੋੜ ਕੇ ਰੱਖ ਦਿੱਤਾ। ਸਾਧ ਸੰਗਤ, ਸੰਸਾਰ ਦੀ ਖੇਡ ਇੰਨੀ ਕੁ ਹੈ। ਪਰਮਾਤਮਾ ਨੇ ਬੜੇ ਪਿਆਰ ਦੇ ਨਾਲ ਇਹਨੂੰ ਆਪਣੇ ਹੁਕਮ ਦੇ ਰਾਹੀਂ ਸਾਜਿਆ ਹੈ, ਤੇ ਹੁਕਮ ਦੇ ਰਾਹੀਂ ਹੀ ਇਸ ਨੂੰ ਖਤਮ ਕਰ ਦੇਣਾ ਹੈ। ਇਹਦੇ ਵਿੱਚ ਕੋਈ ਵੀ ਅਤ ਕਥਨੀ ਨਹੀਂ ਹੈ, ਇਹ ਜ਼ਰੂਰ ਹੋਏਗਾ। ਤੇ ਸਾਨੂੰ ਸਮਝਣਾ ਕੀ ਪਏਗਾ ਕਿ ਜੇ ਪ੍ਰਮਾਤਮਾ ਹੀ ਆਪਣੇ ਹੁਕਮ ਦੇ ਵਿੱਚ ਇਸ ਨੂੰ ਬਣਾਉਂਦਾ ਪਿਆ ਹੈ, ਇਸ ਨੂੰ ਢਾਉਂਦਾ ਪਿਆ ਹੈ, ਤੇ ਫਿਰ ਉਹਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆ ਜਾਣਾ ਚਾਹੀਦਾ ਹੈ। ਕਿਉਂਕਿ ਉਹਦੇ ਹੁਕਮ ਤੋਂ ਜੇਕਰ ਬਾਹਰ ਹੋਵਾਂਗੇ ਤੇ ਜੀਵਨ ਕਦੇ ਖੁਸ਼ਹਾਲ ਨਹੀਂ। ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਜੀਵਨ ਦੇ ਵਿੱਚ ਨਾ, ਤੇ ਇਨਸਾਨ ਕਈ ਵਾਰ ਸੋਚਦਾ ਹੈ ਕਿ ਇਹ ਮੇਰੇ ਨਾਲ ਹੀ ਕਿਉਂ ਹੁੰਦਾ, ਏਦਾਂ ਹੋਣਾ ਨਹੀਂ ਚਾਹੀਦਾ। ਪਰ ਸਾਨੂੰ ਇਸ ਗੱਲ ਦਾ ਇਲਮ ਨਹੀਂ ਹੈ, ਇਸ ਗੱਲ ਦਾ ਪਤਾ ਨਹੀਂ ਹੈ ਕਿ ਪ੍ਰਮਾਤਮਾ ਦਾ ਸਾਡੇ ਵਾਸਤੇ ਪਲਾਨ ਕੀ ਹੈ। ਕੋਈ ਵੀ ਦੁਨੀਆ ਦਾ ਇਨਸਾਨ ਇਹ ਨਹੀਂ ਜਾਣਦਾ ਕਿ ਆਉਣ ਵਾਲਾ ਜਿਹੜਾ ਅਗਲਾ ਸਾਹ ਹੈ ਮੇਰਾ, ਮੈਂ ਅਗਲੇ 1-2 ਘੰਟੇ ਦੀ ਜਾਂ 1-2 ਦਿਨਾਂ ਦੀ ਜਾਂ 1-2 ਮਹੀਨੇ ਦੀ ਗੱਲ ਨਹੀਂ ਕਰਨ ਲੱਗਾ। ਇੱਕ ਸਾਹ, ਉਸ ਇੱਕ ਸਾਹ ਦਾ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਕਿ ਉਹ ਮੇਰੇ ਜੀਵਨ ਦੇ ਵਿੱਚ ਕੀ ਲੈ ਕੇ ਆ ਸਕਦਾ ਹੈ ਤੇ ਮੇਰੇ ਕੋਲੋਂ ਕੀ ਲੈ ਕੇ ਜਾ ਸਕਦਾ ਹੈ। ਇੱਕ ਸਾਹ ਕਿੰਨਾ ਕੁ ਹੈ? ਬਹੁਤ ਥੋੜਾ ਸਮਾਂ ਲੱਗਦਾ ਹੈ ਇੱਕ ਸਾਹ ਅੰਦਰ ਜਾਣ ਤੇ ਬਾਹਰ ਨਿਕਲਣ ਦੇ ਵਿੱਚ। ਉਸ ਸਮੇਂ ਦੇ ਵਿੱਚ ਮੈਨੂੰ ਨਹੀਂ ਪਤਾ ਜਾਂ ਤੁਹਾਨੂੰ ਨਹੀਂ ਪਤਾ ਕਿ ਉਹ ਇੱਕ ਪਲ, ਉਹ ਇੱਕ ਸਾਹ ਮੈਨੂੰ ਕੀ ਦੇ ਕੇ ਜਾ ਸਕਦਾ ਹੈ ਤੇ ਮੇਰੇ ਕੋਲੋਂ ਲੈ ਕੇ ਕੀ ਜਾ ਸਕਦਾ ਹੈ। ਤੇ ਜੇਕਰ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ ਤੇ ਫਿਰ ਸਾਧ ਸੰਗਤ ਮੇਰਾ ਫਰਜ਼ ਇਹ ਬਣਦਾ ਹੈ ਕਿ ਮੈਂ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਜਾਵਾਂ, ਕਿਉਂਕਿ ਉਹਦੇ ਪਲਾਨ ਜਿਹੜੇ ਨੇ ਨਾ ਉਹ ਮੇਰੀ ਸੋਚ ਤੋਂ ਬਿਯੋਂਡ ਆਫ ਮਾਈ ਥਿੰਕਿੰਗ, ਮੇਰੀ ਸੋਚ ਤੋਂ ਪਰੇ ਨੇ ਉਹਦੇ ਪਲਾਨ, ਮੇਰੀ ਸਮਝ ਦੇ ਵਿੱਚ ਨਹੀਂ ਆ ਸਕਦੇ। ਉਹ ਇੱਕ ਆ ਹੁਣੇ ਨਾ ਗੁਰੂ ਸਾਹਿਬ ਦਾ ਬਚਨ ਬੜਾ ਪਿਆਰਾ, ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਸ਼ੀਹਾਂ, ਬਾਜਾਂ, ਚਰਗਾਂ, ਕੁਹੀਆਂ, ਇਹਨਾਂ ਖਵਾਲੇ ਘਾਹ। ਆ 4 ਤਰ੍ਹਾਂ ਦੇ ਜਿਹੜੇ, ਸ਼ੀਹ ਦਾ ਮਤਲਬ ਹੁੰਦਾ ਜੀ ਸ਼ੇਰ, ਟਾਈਗਰ ਕਹਿ ਲਈਏ, ਲਾਇਨ ਕਹਿ ਲਈਏ। ਚਰਗਾਂ, ਬਾਜਾਂ, ਕੁਹੀਆਂ ਇਹ ਪੰਛੀ ਨੇ, ਜਿਵੇਂ ਹੌਕ ਕਹਿ ਦਿੰਦੇ ਨੇ, ਫਾਲਕਨ ਕਹਿ ਦਿੰਦੇ ਨੇ, ਈਗਲ, ਇਹ ਸਾਰੇ ਹੀ ਮਾਸ ਖਾਣ ਵਾਲੇ ਨੇ। ਸਤਿਗੁਰੂ ਜੀ ਕਹਿੰਦੇ ਜੇ ਉਹ ਪ੍ਰਮਾਤਮਾ ਚਾਹੇ ਨਾ, ਇੱਕ ਪਲ ਦੇ ਵਿੱਚ ਇਹ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਦੇ ਉੱਤੇ ਲਗਾ ਸਕਦਾ ਹੈ। ਘਾਹ ਖਾਣਾ, ਗ੍ਰਾਸ।
ਹੁਣ ਇਹ ਮਾਸ ਖਾਣ ਵਾਲੇ ਜਿਹੜੇ ਪੰਛੀ ਨੇ, ਜਿਹੜੇ ਜਾਨਵਰ ਨੇ, ਜੇ ਉਹ ਮਾਲਕ ਚਾਹੇ ਤੇ ਇਹਨਾਂ ਨੂੰ ਘਾਹ ਖਾਣ ਲਗਾ ਸਕਦਾ ਹੈ। ਘਾਹ ਖਾਣ ਤਿੰਨਾ ਮਾਸ ਖਵਾਲੇ, ਕਾਓ, ਬਫਲੋ ਜਾਂ ਗੋਟ, ਇਹ ਸਾਰੇ ਹੀ ਘਾਹ ਖਾਣ ਵਾਲੇ ਜਾਨਵਰ ਨੇ। ਤੇ ਸਤਿਗੁਰੂ ਜੀ ਕਹਿੰਦੇ ਜੇ ਉਸ ਮਾਲਕ ਦੀ ਰਜ਼ਾ ਹੋ ਜਾਵੇ, ਉਹਦੀ ਮਰਜ਼ੀ ਹੋ ਜਾਏ, ਤਾਂ ਉਹ ਇਹਨਾਂ ਜਾਨਵਰਾਂ ਨੂੰ ਮਾਸ ਖਵਾਉਣ ਦੇ ਉੱਤੇ ਲਗਾ ਸਕਦਾ ਹੈ। ਅਗਲੇ ਬਚਨ ਪੜੋ, ਕਹਿੰਦੇ ਨਦੀਆਂ ਵਿੱਚ ਟਿੱਬੇ ਦਿਖਾਲੇ, ਨਦੀਆਂ ਵਿੱਚ ਟਿੱਬੇ ਦਿਖਾਲੇ। ਨਦੀ ਪਾਣੀ ਦੀ ਨਹਿਰ ਚੱਲਦੀ ਪਈ ਹੈ ਜੀ, ਉਹ ਪ੍ਰਮਾਤਮਾ ਦਾ ਹੁਕਮ ਹੋ ਜਾਏ ਤੇ ਉਹ ਉਸ ਚੱਲਦੇ ਹੋਏ ਪਾਣੀ ਨੂੰ ਰੋਕ ਕੇ ਉੱਥੇ ਬੜੇ ਬੜੇ ਵੱਡੇ ਪਹਾੜ ਪੈਦਾ ਕਰ ਸਕਦਾ ਹੈ, ਉੱਥੇ ਛੋਟੀਆਂ ਛੋਟੀਆਂ ਪਹਾੜੀਆਂ ਪੈਦਾ ਕਰ ਸਕਦਾ ਹੈ। ਉਸ ਨਦੀ ਦੀ ਜਗ੍ਹਾ ਦੇ ਉੱਤੇ ਬੜੇ ਡੂੰਘੇ ਖੂਹ ਪੁੱਟ ਸਕਦਾ ਉਹ ਇੱਕ ਪਲ ਦੇ ਵਿੱਚ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਕੀੜਾ ਜ਼ਮੀਨ ਦੇ ਉੱਤੇ ਰੇਂਗਣ ਵਾਲਾ ਇੱਕ ਛੋਟਾ ਜਿਹਾ ਕੀੜਾ, ਜੇ ਮਾਲਕ ਚਾਹੇ ਉਸ ਛੋਟੇ ਜਿਹੇ ਕੀੜੇ ਨੂੰ ਪਾਤਸ਼ਾਹ, ਬਾਦਸ਼ਾਹ ਬਣਾ ਸਕਦਾ ਜੀ, ਇੱਕ ਪਲ ਦੇ ਵਿੱਚ, ਇੱਕ ਪਲ 'ਚ ਬਣਾ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਭਲਿਆ ਜੇ ਉਸ ਮਾਲਕ ਦੇ ਕੋਲ ਇੰਨੀ ਤਾਕਤ ਹੈ, ਇੰਨੀ ਪਾਵਰ ਦਾ ਉਹ ਮਾਲਕ ਹੈ, ਤੇ ਫਿਰ ਤੈਨੂੰ ਵੀ ਚਾਹੀਦਾ ਕਿ ਉਹਦੇ ਹੁਕਮ ਦੇ ਵਿੱਚ ਆ, ਉਹਦੇ ਉੱਤੇ ਆਪਣੇ ਆਪ ਨੂੰ ਡਿਪੈਂਡ ਕਰ ਦੇ, ਬਸ ਆਪਣਾ ਸਭ ਕੁਝ ਉਹਦੇ ਅੱਗੇ ਸਰੈਂਡਰ ਕਰਕੇ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ। ਕਹਿੰਦੇ ਇੱਕ ਨਾ ਵਿਚਾਰਾ ਆਮ ਨਾਰਮਲ ਜਿਹਾ ਗਰੀਬ ਜਿਹਾ ਇਨਸਾਨ ਸੀ, ਮੁਸ਼ਕਲਾਂ ਦੇ ਨਾਲ ਭਰਿਆ ਹੋਇਆ ਜੀਵਨ, ਤੇ ਇੱਕ ਦਿਨ ਉਹ ਮੰਦਿਰ ਦੇ ਵਿੱਚ ਗਿਆ। ਸਾਧ ਸੰਗਤ ਦੀ ਜਿਹੜੀ ਕਹਾਣੀ ਹੈ ਨਾ, ਇਹ ਸਿਰਫ ਸਮਝਣ ਵਾਸਤੇ ਹੈ, ਇਹ ਮਤ ਸੋਚਣਾ ਕਿ ਇਹ ਰਿਐਲਿਟੀ ਵਿੱਚ ਵੀ ਕਿਤੇ ਇਦਾਂ ਹੋਇਆ, ਸਮਝਣ ਵਾਸਤੇ ਹੈ, ਤਾਂ ਕਿ ਪਤਾ ਲੱਗ ਜਾਏ ਕਿ ਪ੍ਰਮਾਤਮਾ ਦੀ ਪਲੈਨਿੰਗ ਜਿਹੜੀ ਹੈ ਉਹ ਪਰਫੈਕਟ ਹੈ। ਉਹਨੂੰ ਸਮਝ ਜਾਣਾ ਸਾਡੇ ਜੀਵਨ ਵਾਸਤੇ ਭਲੇ ਲਈ ਹੈ, ਤੇ ਜੇਕਰ ਉਹਨੂੰ ਨਹੀਂ ਸਮਝ ਕੇ ਆਪਣੀ ਮਤ ਦੇ ਅਕੋਰਡਿੰਗਲੀ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰਾਂਗੇ ਤੇ ਜੀਵਨ ਦੇ ਵਿੱਚ ਸਿਰਫ ਉਹੀ ਪ੍ਰੋਬਲਮਸ ਹੀ ਰਹਿਣਗੀਆਂ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਉਹ ਕਹਿੰਦੇ ਉਹ ਮੰਦਿਰ ਦੇ ਵਿੱਚ ਗਿਆ, ਦੁਖੀ ਬੜਾ ਸੀ ਵਿਚਾਰਾ। ਮੰਦਿਰ 'ਚ ਜਾ ਕੇ ਕਹਿਣ ਲੱਗਾ, ਕਹਿੰਦਾ ਭਗਵਾਨ ਤੈਨੂੰ ਮੌਜ ਹੈ, ਤੂੰ ਆਰਾਮ ਦੇ ਨਾਲ ਇੱਥੇ ਖੜਾ ਹੈ, ਤੈਨੂੰ ਲੋਕ ਆਣ ਕੇ ਮੱਥਾ ਟੇਕਦੇ ਪਏ ਨੇ, ਤੇਰੇ ਅੱਗੇ ਭੇਟਾਵਾਂ ਰੱਖਦੇ ਪਏ ਨੇ, ਤੈਨੂੰ ਕੁਝ ਕਰਨਾ ਨਹੀਂ ਪੈਂਦਾ, ਬੜਾ ਸੁਖੀ ਹੈ ਤੂੰ, ਇਹ ਸੁੱਖ ਤੂੰ ਆਪਣੇ ਕੋਲ ਰੱਖ ਲਿਆ ਤੇ ਮੇਰੀ ਝੋਲੀ ਦੇ ਵਿੱਚ ਹੀ ਸਾਰੇ ਜੀਵਨ ਦੇ ਦੁੱਖ ਪਾ ਕੇ ਰੱਖ ਦਿੱਤੇ ਨੇ। ਅਜੇ ਕਹਿੰਦਾ ਪਿਆ ਸੀ ਜੀ, ਇੰਨੀਆਂ ਕੋਈ ਗੱਲਾਂ ਕੰਪਲੇਨ ਕਰਦਾ ਪਿਆ ਹੈ, ਤੇ ਕਹਿੰਦੇ ਇੱਕ ਆਵਾਜ਼ ਆਈ ਤੇ ਉਹ ਆਵਾਜ਼ ਦੇ ਵਿੱਚ ਕੀ ਸੀ? ਕਹਿਣ ਲੱਗਾ ਜੇਕਰ ਤੂੰ ਇੰਨਾ ਹੀ ਦੁਖੀ ਹੈ ਨਾ, ਇਹ ਮਤ ਸੋਚ ਕੇ ਤੂੰ ਹੀ ਇਕੱਲਾ ਦੁਖੀ ਹੈ, ਬੜੇ ਤਰ੍ਹਾਂ ਦੇ ਲੋਕ ਨੇ ਇੱਥੇ ਆਪਣੀ ਆਪਣੀ ਪ੍ਰੋਬਲਮ ਦੇ ਨਾਲ ਹਰ ਇੱਕ ਜੂਝ ਰਿਹਾ ਹੈ, ਕੋਈ ਉਹਨੂੰ ਫੇਸ ਕਰਦਾ ਪਿਆ ਹੈ, ਤੇ ਜੇਕਰ ਤੈਨੂੰ ਲੱਗਦਾ ਨਾ ਕਿ ਮੈਂ ਬੜਾ ਸੁਖੀ ਹਾਂ, ਤੇ ਇਹ ਵੀ ਤੇਰੀ ਗਲਤ ਫਹਿਮੀ ਹੈ। ਤੈਨੂੰ ਲੱਗਦਾ ਨਾ ਕਿ ਮੈਂ ਇੱਥੇ ਵਿਹਲਾ ਖੜਾ, ਤੇਰੀ ਗਲਤ ਫਹਿਮੀ ਹੈ। ਕਹਿੰਦਾ ਮੈਨੂੰ ਤੇ ਇਹੀ ਲੱਗ ਰਿਹਾ ਕਿ ਤੂੰ ਇੱਥੇ ਵਿਹਲਾ ਖੜਾ ਹੈ, ਤੈਨੂੰ ਮੌਜਾਂ ਨੇ। ਕਹਿੰਦਾ ਜੇਕਰ ਉਹ ਬੰਦਾ ਕਹਿ ਰਿਹਾ ਜੀ, ਕਹਿੰਦਾ ਜੇਕਰ ਤੂੰ ਏਦਾਂ ਕਰੇ ਕਿ ਮੇਰੇ ਨਾਲ ਐਕਸਚੇਂਜ ਕਰ ਲਾ, ਤੇਰੀ ਜਗ੍ਹਾ ਤੇ ਮੈਂ ਆ ਜਾਵਾਂ, ਮੇਰੀ ਜਗ੍ਹਾ ਤੇ ਤੂੰ ਆ ਜਾਵੇਂ, ਫਿਰ ਤੈਨੂੰ ਪਤਾ ਲੱਗੇ ਕਿ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ। ਤੇ ਭਗਵਾਨ ਜੀ ਕਹਿੰਦੇ ਰਾਜ਼ੀ ਹੋ ਗਏ, ਕਹਿੰਦੇ ਚੱਲ ਭਾਈ ਤੂੰ ਮੇਰੀ ਜਗ੍ਹਾ ਤੇ ਆਣ ਕੇ ਬੈਠ ਜਾ, ਮੈਂ ਤੇਰੀ ਜਗ੍ਹਾ ਲੈ ਲੈਣਾ, ਪਰ ਇੱਕ ਸ਼ਰਤ ਹੈ, ਬੜੇ ਤਰ੍ਹਾਂ ਦੇ ਲੋਕ ਤੇਰੇ ਕੋਲ ਆਉਣਗੇ ਪਰ ਤੂੰ ਬੋਲਣਾ ਕੁਝ ਨਹੀਂ। ਬੜੇ ਤਰ੍ਹਾਂ ਦੇ ਲੋਕ ਤੇਰੇ ਕੋਲ ਆਉਣਗੇ ਪਰ ਤੂੰ ਬੋਲਣਾ ਕੁਝ ਨਹੀਂ, ਇਹ ਕੰਡੀਸ਼ਨ ਹੋਏਗੀ। ਪ੍ਰਵਾਨ ਹੈ ਜੀ, ਠੀਕ ਹੈ, ਮਨਜ਼ੂਰ ਹੈ। ਐਕਸਚੇਂਜ ਹੋ ਗਿਆ ਜੀ। ਭਗਵਾਨ ਜੀ ਉਸ ਬੰਦੇ ਦੇ ਰੂਪ ਦੇ ਵਿੱਚ ਆ ਗਏ ਤੇ ਬੰਦਾ ਭਗਵਾਨ ਬਣ ਗਿਆ। ਹੁਣ ਭਗਵਾਨ ਜੀ ਉਹਦੇ ਜੋ ਕੰਮ ਕਰਦਾ ਸੀ, ਉਹ ਆਮ ਗਰੀਬ ਬੰਦਾ ਵਿਚਾਰਾ ਉਹ ਕੰਮ ਕਰਨ ਵਾਸਤੇ ਚਲੇ ਗਏ, ਤੇ ਉਹ ਇਨਸਾਨ ਜਿਹੜਾ ਹੈ ਨਾ ਜੀ, ਉਹ ਮੰਦਿਰ ਦੇ ਵਿੱਚ ਭਗਵਾਨ ਬਣ ਕੇ ਖਲੋਤਾ ਹੋਇਆ ਹੈ। ਇੱਕ ਬੜਾ ਅਮੀਰ ਆਦਮੀ ਆਇਆ, ਉਹਨੇ ਮੱਥਾ ਟੇਕਿਆ, ਬੇਨਤੀ ਕੀਤੀ, ਅਰਦਾਸ ਕੀਤੀ ਕਹਿ ਲਈਏ ਕਿ ਮਾਲਕ ਜੀ ਮੈਂ ਫਲਾਣਾ ਕੰਮ ਸਟਾਰਟ ਕਰਨ ਲੱਗਾ ਤੇ ਕਿਰਪਾ ਕਰਿਓ ਉਹਦੇ ਵਿੱਚ ਸਫਲਤਾ ਮਿਲ ਜਾਏ। ਮੱਥਾ ਟੇਕ ਕੇ ਜਾਣ ਲੱਗਾ, ਉਹਦੀ ਜੇਬ ਦੇ ਵਿੱਚੋਂ ਪਰਸ ਜਿਹੜਾ ਵਾਲਟ ਹੈ ਜਿਹੜਾ ਉਹ ਡਿੱਗ ਗਿਆ। ਉਹਨੇ ਧਿਆਨ ਨਾ ਦਿੱਤਾ, ਚਲਾ ਗਿਆ। ਉਸ ਤੋਂ ਬਾਅਦ ਇੱਕ ਗਰੀਬ ਇਨਸਾਨ ਆਉਂਦਾ ਹੈ, ਉਹ ਆਣ ਕੇ ਹੱਥ ਜੋੜ ਕੇ ਬੇਨਤੀ ਕਰਦਾ, ਕਹਿੰਦਾ ਦਾਤਾ ਬੜਾ ਔਖਾ ਸਮਾਂ ਚੱਲਦਾ ਪਿਆ ਹੈ, ਬੜਾ ਔਖਾ ਸਮਾਂ ਚੱਲ ਰਿਹਾ ਹੈ, ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ, ਮਾਂ ਬਿਮਾਰ ਪਈ ਹੈ, ਉਹਦੀ ਦਵਾਈ ਲਿਆਉਣ ਵਾਸਤੇ ਪੈਸੇ ਤੱਕ ਨਹੀਂ, ਕਿਰਪਾ ਕਰ ਕੁਝ ਐਸੀ ਕੋਈ ਵਿਵਸਥਾ ਹੋ ਜਾਵੇ ਜਿਹਦੇ ਨਾਲ ਮੈਂ ਘਰ ਵਾਸਤੇ ਕੁਝ ਅਨਾਜ ਵੀ ਲਿਜਾ ਸਕਾਂ ਤੇ ਮਾਂ ਦੀ ਦਵਾਈ ਵੀ ਲਿਜਾ ਸਕਾਂ।
ਜਦੋਂ ਮੱਥਾ ਟੇਕ ਕੇ ਉੱਠਿਆ, ਬਾਹਰ ਨਿਕਲ ਲੱਗਾ ਤੇ ਬਾਹਰ ਵਾਲਟ ਪਿਆ ਸੀ ਜੀ ਉਸ ਬੰਦੇ ਦਾ। ਉਹ ਚੁੱਕਿਆ, ਦੇਖਦਾ ਹੈ ਕਿ ਉਹਦੇ ਵਿੱਚ ਪੈਸੇ ਨੇ। ਵਾਪਸ ਆਇਆ ਤੇ ਆਣ ਕੇ ਸ਼ੁਕਰਾਨਾ ਕੀਤਾ ਉਸ ਮਾਲਕ ਦਾ ਕਿ ਦਾਤਾ ਤੂੰ ਮੇਰੀ ਅਰਦਾਸ ਪ੍ਰਵਾਨ ਕੀਤੀ। ਹੁਣ ਜਿਹੜਾ ਭਗਵਾਨ ਬਣਿਆ ਪਿਆ ਸੀ ਗਰੀਬ ਬੰਦਾ, ਉਹ ਦੇਖਦਾ ਪਿਆ ਤੇ ਉਹਦੇ ਮਨ ਦੇ ਵਿੱਚ ਹੈ ਕਿ ਮੈਂ ਇਹਨੂੰ ਕਹਾਂ ਕਿ ਇਹ ਤੇਰਾ ਨਹੀਂ ਹੈ, ਇਹ ਉਸ ਅਮੀਰ ਆਦਮੀ ਦਾ ਹੈ। ਪਰ ਕੰਡੀਸ਼ਨ ਸੀ ਨਾ ਕਿ ਬੋਲਣਾ ਕੁਝ ਨਹੀਂ। ਦੇਖਦਾ ਰਹਿ ਗਿਆ। ਉਹਨੇ ਉਹ ਵਾਲਟ ਚੁੱਕਿਆ, ਘਰ ਚਲਾ ਗਿਆ ਜੀ, ਸਮਾਨ ਲੈ ਗਿਆ, ਮਾਤਾ ਦੀ ਦਵਾਈ ਲੈ ਗਿਆ। ਤੀਜੇ ਨੰਬਰ ਤੇ ਇੱਕ ਹੋਰ ਇਨਸਾਨ ਆਂਦਾ ਹੈ ਜੀ ਉੱਥੇ ਮੰਦਿਰ ਦੇ ਵਿੱਚ ਮੱਥਾ ਟੇਕਣ ਵਾਸਤੇ। ਉਹ ਮੱਥਾ ਟੇਕਦਾ ਪਿਆ ਹੈ ਜੀ, ਅਰਦਾਸ ਬੇਨਤੀ ਜੋ ਵੀ ਉਹਦੇ ਮਨ 'ਚ ਸੀ ਉਹ ਕਰਦਾ ਪਿਆ ਹੈ। ਇੰਨੇ ਨੂੰ ਉਹ ਜਿਹੜਾ ਅਮੀਰ ਆਦਮੀ ਜਿਸ ਦਾ ਵਾਲਟ ਡਿੱਗਾ ਸੀ, ਉਹ ਪੁਲਿਸ ਨੂੰ ਲੈ ਕੇ ਆ ਜਾਂਦਾ ਹੈ ਮੰਦਿਰ ਦੇ ਵਿੱਚ ਨਾਲ। ਹੁਣ ਜਦੋਂ ਉਹ ਪੁਲਿਸ ਲੈ ਕੇ ਆਂਦਾ ਹੈ ਤੇ ਉਹ ਪੁਲਿਸ ਨੂੰ ਕਹਿੰਦਾ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਓ, ਇੰਨੇ ਹੀ ਮੇਰਾ ਵਾਲਟ ਚੁਰਾਇਆ ਹੈ, ਇੰਨੇ ਹੀ ਮੇਰਾ ਵਾਲਟ ਚੁਰਾਇਆ ਹੈ, ਇੰਨੇ ਹੀ ਚੁੱਕਿਆ ਹੋਏਗਾ, ਕਿਉਂਕਿ ਮੇਰੇ ਤੋਂ ਬਾਅਦ ਆਇਆ ਹੀ ਇਹ ਹੈ ਮੱਥਾ ਟੇਕਣ ਵਾਸਤੇ। ਤੇ ਜਦੋਂ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਪੁਲਿਸ ਲਿਜਾਣ ਲੱਗੀ ਨਾ, ਉਹ ਤਰਲੇ ਮਾਰੇ, ਕਹਿੰਦਾ ਮੈਂ ਕੋਈ ਵਾਲਟ ਨਹੀਂ ਚੁੱਕਿਆ, ਮੈਂ ਇਨੋਸੈਂਟ। ਉਹ ਮੰਨੇ ਕੋਈ ਨਾ, ਤੇ ਉਹ ਭਗਵਾਨ ਜੀ ਕੋਲੋਂ ਰਿਹਾ ਨਾ ਗਿਆ ਜੀ। ਕਹਿੰਦਾ ਫਿਰ ਉਹਨੇ ਸਾਰੀ ਕਹਾਣੀ ਦੱਸ ਦਿੱਤੀ ਜੀ। ਉਹ ਜਿਹੜਾ ਤੀਜੇ ਨੰਬਰ ਤੇ ਆਇਆ ਸੀ ਨਾ, ਉਹ ਪਤਾ ਕੀ ਕਹਿ ਰਿਹਾ ਸੀ, ਕਹਿੰਦਾ ਦਾਤਾ ਮੈਂ ਜਾ ਰਿਹਾ ਵਾਂ, ਸਫ਼ਰ ਤੇ ਜਾ ਰਿਹਾ, ਮੈਂ ਦੂਜੇ ਦੇਸ਼ ਦੇ ਵਿੱਚ ਵਪਾਰ ਕਰਨ ਵਾਸਤੇ ਜਾ ਰਿਹਾ, ਬਾਏ ਸ਼ਿਪ ਜਾਣਾ ਹੈ, ਤੇ ਕਿਰਪਾ ਕਰੀ ਮੇਰਾ ਸਫ਼ਰ ਚੰਗਾ ਰਹਿ ਜਾਏ। ਤੇ ਇਹਨੇ ਨੂੰ ਕੀ ਹੋਇਆ ਜੀ, ਭਗਵਾਨ ਜੀ ਬੋਲ ਪਏ। ਉਹ ਕਹਿੰਦਾ ਰੁਕੋ, ਇਹਨੇ ਕੋਈ ਤੁਹਾਡਾ ਵਾਲਟ ਨਹੀਂ ਚੁਰਾਇਆ, ਇਹਦੇ ਕੋਲ ਕੁਛ ਨਹੀਂ ਹੈ, ਇਹ ਨਿਰਦੋਸ਼ ਹੈ। ਤੇ ਫਿਰ ਹੈ ਕਿੱਥੇ ਜੀ? ਕਹਿੰਦੀ ਜੀ ਉਹ ਦੂਜੇ ਨੰਬਰ ਤੇ ਇੱਕ ਗਰੀਬ ਬੰਦਾ ਆਇਆ ਸੀ, ਉਹ ਚੁੱਕ ਕੇ ਲੈ ਗਿਆ। ਜਦੋਂ ਉਹ ਉਹਦੇ ਘਰੇ ਗਏ ਜੀ, ਉਹ ਗਰੀਬ ਬੰਦੇ ਨੂੰ ਫੜਿਆ, ਪੁਲਿਸ ਫੜ ਕੇ ਲੈ ਗਈ ਜੀ। ਇੰਨੇ ਨੂੰ ਉਹ ਭਗਵਾਨ ਜੀ ਜਿਹੜੇ ਆਮ ਇਨਸਾਨ ਬਣੇ ਸੀ, ਉਹ ਵਾਪਸ ਆ ਗਏ। ਤੇ ਉਹਨੇ ਆਣ ਕੇ ਜੋ ਸਾਰਾ ਕੁਝ ਦੇਖਿਆ, ਪਤਾ ਲੱਗਾ ਕਿ ਕੀ ਕਹਾਣੀ ਹੋਈ ਹੈ। ਤੇ ਫਿਰ ਉਹਨੇ ਕਿਹਾ, ਭਗਵਾਨ ਜੀ ਨੇ ਕਿਹਾ ਜੀ ਉਹਨੂੰ, ਜਿਹੜਾ ਭਗਵਾਨ ਬਣਿਆ ਸੀ, ਕਹਿੰਦੇ ਤੂੰ ਇਹ ਗਲਤ ਕਰ ਦਿੱਤਾ। ਕਹਿੰਦਾ ਕਿਉਂ ਗਲਤ ਕੀਤਾ? ਮੈਂ ਤੇ ਇਨਸਾਫ ਕੀਤਾ ਹੈ। ਤੇ ਕਹਿੰਦੇ ਇਹ ਇਨਸਾਫ ਨਹੀਂ, ਅਸਲ ਦੇ ਵਿੱਚ ਤੈਨੂੰ ਪਤਾ ਹੀ ਨਹੀਂ ਕਿ ਉਸ ਪ੍ਰਮਾਤਮਾ ਦੀ ਪਲੈਨਿੰਗ ਕੀ ਹੈ। ਹੁਣ ਉਹ ਅਮੀਰ ਆਦਮੀ ਆਇਆ, ਉਹਦਾ ਵਾਲਟ ਡਿੱਗਾ, ਗਰੀਬ ਦਾ ਕੰਮ ਸਵਰ ਗਿਆ, ਉਹਦੇ ਘਰ ਦੇ ਵਿੱਚ ਅਨਾਜ ਆ ਗਿਆ, ਉਹਨਾਂ ਪੈਸਿਆਂ ਦੇ ਨਾਲ ਮਾਤਾ ਦੀ ਦਵਾਈ ਉਹਨੇ ਲੈ ਆਂਦੀ। ਤੇ ਕਹਿੰਦਾ ਜਿਹੜਾ ਨਿਰਦੋਸ਼ ਬੰਦਾ ਜਿਹੜਾ ਗ੍ਰਿਫਤਾਰ ਹੋਇਆ, ਉਹਦਾ ਕੀ? ਭਗਵਾਨ ਜੀ ਨੇ ਕਿਹਾ, ਕਹਿਣ ਲੱਗੇ ਭਲਿਆ ਉਹਨੇ ਸਫ਼ਰ ਤੇ ਜਾਣਾ ਸੀ, ਸ਼ਿਪ ਤੇ ਸ਼ਿਪ ਦੇ ਵਿੱਚ ਆਉਣਾ ਸੀ, ਉੱਥੇ ਸਮੁੰਦਰ ਦੇ ਵਿੱਚ ਆਉਣਾ ਸੀ ਤੂਫਾਨ, ਤੇ ਤੂਫਾਨ ਦੇ ਵਿੱਚ ਉਹਨੇ ਫਸ ਜਾਣਾ ਸੀ ਤੇ ਉਹਦੀ ਹੋ ਜਾਣੀ ਸੀ ਮੌਤ। ਤੇ ਜੇ ਪੁਲਿਸ ਉਹਨੂੰ ਫੜ ਕੇ ਲੈ ਜਾਂਦੀ, ਉਹਨੇ ਲੌਕਅਪ ਦੇ ਵਿੱਚ ਚਲੇ ਜਾਣਾ ਸੀ, ਜੇਲ੍ਹ ਦੇ ਵਿੱਚ ਜਾਣਾ ਸੀ, ਤੇ ਉਹਦੀ ਜਾਨ ਬਚ ਜਾਣੀ ਸੀ। ਤੂੰ ਉਸ ਮਾਲਕ ਦੇ ਬਣਾਏ ਹੋਏ ਸਾਰੇ ਖੇਡ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸੋ ਸਾਨੂੰ ਥੋੜੀ ਨਾ ਪਤਾ ਹੈ ਕਿ ਉਹਦੀ ਪਲੈਨਿੰਗ ਕੀ ਹੈ। ਸਾਡਾ ਫਰਜ਼ ਬਣਦਾ ਹੈ, ਜੇਕਰ ਮੇਰੇ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਵੀ ਆਈ ਹੈ ਨਾ, ਤਾਂ ਮੈਂ ਕੰਪਲੇਨ ਕਰਨ ਦੀ ਜਗ੍ਹਾ ਤੇ ਆਣ ਕੇ ਮਾਲਕ ਦੇ ਕੋਲੋਂ ਸਟਰੈਂਥ ਮੰਗਾ ਕਿ ਸਤਿਗੁਰੂ ਹੇ ਦਾਤਾ, ਮੈਨੂੰ ਇੰਨੀ ਕੋ ਪਾਵਰ ਦੇ ਕਿ ਜੋ ਸਮੱਸਿਆ, ਜੋ ਪ੍ਰੋਬਲਮ ਮੇਰੇ ਜੀਵਨ 'ਚ ਆਈ ਹੈ, ਮੈਂ ਉਹਨੂੰ ਫੇਸ ਕਰ ਸਕਾਂ। ਸਾਧ ਸੰਗਤ, ਤੁਹਾਨੂੰ ਯਾਦ ਹੋਏਗਾ, ਅੱਜ ਦੇ ਜਿਹੜੇ ਬੱਚੇ ਨੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਪਰ ਤੁਹਾਨੂੰ ਮੇਰੇ ਖਿਆਲ ਮੋਸਟਲੀ ਸਾਰਿਆਂ ਨੂੰ ਪਤਾ ਹੋਏਗਾ ਕਿ ਕੋਈ ਸਮਾਂ ਸੀ ਜਦੋਂ ਨੈਗੇਟਿਵ ਵਾਲੇ ਕੈਮਰਾ ਯੂਜ਼ ਕੀਤੇ ਜਾਂਦੇ ਸੀ। ਅੱਜ ਕੱਲ ਤਾਂ DSLR ਆ ਗਏ, ਫੋਨ ਹੀ ਆ ਗਏ ਜੀ। ਕੈਮਰਿਆਂ ਦਾ ਤਾਂ ਵੈਸੇ ਵੀ ਸਮਾਂ ਥੋੜਾ ਜਿਹਾ ਵਿਚਾਰਾ ਖਤਮ ਹੁੰਦਾ ਜਾ ਰਿਹਾ। ਨੈਗੇਟਿਵ ਵਾਲੇ ਕੈਮਰੇ ਹੋਇਆ ਕਰਦੇ ਸੀ ਨਾ, ਜਦੋਂ ਫੋਟੋ ਕਲਿੱਕ ਕਰਨੀ, ਕਲਿੱਕ ਕਰਨ ਤੋਂ ਬਾਅਦ ਉਹ ਜਦੋਂ ਰੀਲ ਕੰਪਲੀਟ ਹੋਣੀ, ਫਿਰ ਉਹਨੂੰ ਲੈ ਕੇ ਜਾਣਾ ਡਾਰਕ ਰੂਮ ਦੇ ਵਿੱਚ, ਉਹਨੂੰ ਵਾਸ਼ ਕਰਵਾਉਣਾ। ਤੇ ਸਾਧ ਸੰਗਤ ਧਿਆਨ ਦਿਓ, ਉਹ ਨੈਗੇਟਿਵ ਜਿਹੜਾ ਹੈ ਨਾ, ਜਦੋਂ ਡਾਰਕ ਰੂਮ ਦੇ ਵਿੱਚ ਵਾਸ਼ ਕੀਤਾ ਜਾਂਦਾ ਹੈ, ਉਹ ਚਾਨਣ ਦੇ ਵਿੱਚ ਵਾਸ਼ ਨਹੀਂ ਹੋ ਸਕਦਾ, ਫੋਟੋ ਖਰਾਬ ਹੋ ਜਾਏਗੀ। ਡਾਰਕ ਰੂਮ ਦੇ ਵਿੱਚ ਵਾਸ਼ ਕੀਤਾ ਜਾਂਦਾ ਹੈ। ਤੇ ਜਦੋਂ ਡਾਰਕ ਰੂਮ ਦੇ ਵਿੱਚ ਵਾਸ਼ ਕੀਤਾ ਜਾਏਗਾ ਤੇ ਬੜੀ ਖੂਬਸੂਰਤ ਫੋਟੋ ਜਿਹੜੀ ਹੈ ਤੁਹਾਡੇ ਸਾਹਮਣੇ ਆਏਗੀ ਬਣ ਕੇ। ਬਸ ਇੰਨੀ ਕੋ ਗੱਲ ਆਪਣੇ ਅੰਦਰ ਬਿਠਾ ਲਈਏ। ਜੇ ਮੇਰੇ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ, ਸਪੋਜ਼ ਕਰ ਲਓ ਕਿ ਹਨੇਰਾ ਆ ਗਿਆ ਜੀ, ਡਾਰਕ ਰੂਮ ਹੈ ਜੀ, ਪ੍ਰਮਾਤਮਾ ਦੀ ਪਲੈਨਿੰਗ ਹੈ ਕੋਈ ਇਹਦੇ ਵਿੱਚ ਵੀ, ਕਿਉਂਕਿ ਜਦੋਂ ਡਾਰਕ ਰੂਮ ਦੇ ਵਿੱਚ ਉਹ ਨੈਗੇਟਿਵ ਵਾਸ਼ ਹੋਏਗਾ, ਬੜੀ ਖੂਬਸੂਰਤ ਫੋਟੋ ਤੁਹਾਡੇ ਹੱਥ ਦੇ ਵਿੱਚ ਹੋਏਗੀ। ਤੇ ਜੇਕਰ ਅੱਜ ਤੁਹਾਡੇ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਈ ਹੈ ਨਾ, ਤੇ ਸਾਧ ਸੰਗਤ ਬਸ ਇਹ ਸੋਚ ਲਈਏ ਕਿ ਮਾਲਕ ਮੇਰੇ ਵਾਸਤੇ ਬੜੀ ਖੂਬਸੂਰਤ ਕੋਈ ਫੋਟੋ ਤਿਆਰ ਕਰਦਾ ਪਿਆ ਹੈ।
ਮਾਲਕ ਮੇਰੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਖੂਬਸੂਰਤ ਫਿਊਚਰ ਤਿਆਰ ਕਰਦਾ, ਕਿਉਂਕਿ ਪਲੈਨਿੰਗ ਤਾਂ ਉਹਦੀ ਆ ਨਾ ਜੀ। ਮੈਂ ਤਾਂ ਇੱਕ ਕਠਪੁਤਲੀ ਕਹਿ ਲਵਾਂ, ਪਪਟ ਕਹਿ ਲਵਾਂ, ਮੈਂ ਤਾਂ ਉਹੀ ਆ ਨਾ। ਇਸ ਤੋਂ ਇਲਾਵਾ ਤੇ ਮੇਰੀ ਕੋਈ ਔਕਾਤ ਨਹੀਂ ਹੈ। ਉਹ ਮਾਲਕ ਜਾਣਦਾ ਹੈ ਕਿ ਮੈਨੂੰ ਕੀ ਚਾਹੀਦਾ ਹੈ, ਕਦੋਂ ਚਾਹੀਦਾ ਹੈ, ਕਿਹੜੀ ਪ੍ਰੋਬਲਮ ਆਈ ਹੈ ਤੇ ਉਸ ਪ੍ਰੋਬਲਮ ਨੂੰ ਦੂਰ ਕਦੋਂ ਕਰਨਾ, ਉਹਦੀਆਂ ਸਾਰੀਆਂ ਕਹਾਣੀਆਂ ਉਹ ਜਾਣਦਾ ਹੈ ਜੀ। ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਪਏ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਉਹਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਜੀ ਜੀਵਨ ਦੇ ਵਿੱਚ। ਦੂਜੀ ਗੱਲ, ਉਹਦੇ ਹੁਕਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨੀ, ਕਦੇ ਨਹੀਂ ਕਰਨੀ। ਕਿਉਂਕਿ ਜੇ ਉਹਦੇ ਹੁਕਮ 'ਚ ਇੰਟਰਫੇਰੈਂਸ ਕਰਾਂਗੇ ਨਾ, ਆ ਜਿਵੇਂ ਉਸ ਬੰਦੇ ਨੇ ਕੀਤੀ ਤੇ ਸਾਰਾ ਸਰਕਲ ਹੀ ਉਹਨੇ ਅਪਸਾਈਡ ਡਾਊਨ ਕਰਕੇ ਰੱਖ ਦਿੱਤਾ, ਇਸ ਤਰ੍ਹਾਂ ਸਾਡੇ ਨਾਲ ਹੋਏਗਾ। ਹੁਕਮ ਦੇ ਵਿੱਚ ਇੰਟਰਫੇਰੈਂਸ ਨੇ। ਇਤਿਹਾਸ ਨੂੰ ਪੜ੍ਹੋ। ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਨਾ, ਤੇ ਨਾਲ ਹੀ ਹੁਕਮ ਕਰ ਦਿੱਤਾ, ਕਰਤਾਰਪੁਰ ਦੀ ਧਰਤੀ ਤੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਬਣਾ ਦਿੰਦੇ ਨੇ। ਜਦੋਂ ਗੁਰਗੱਦੀ ਸੌਂਪ ਦਿੱਤੀ, ਨਾਲ ਹੀ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ ਕਿ ਤੁਸੀਂ ਹੁਣ ਕਰਤਾਰਪੁਰ ਦੇ ਵਿੱਚ ਨਹੀਂ ਰਹਿਣਾ, ਆਪਣੇ ਨਗਰ ਖਡੂਰ ਚਲੇ ਜਾਓ, ਖਡੂਰ ਸਾਹਿਬ। ਗੁਰੂ ਅੰਗਦ ਸਾਹਿਬ ਆਗਿਆ ਪਾ ਕੇ ਖਡੂਰ ਸਾਹਿਬ ਚਲੇ ਗਏ ਜੀ। ਖਡੂਰ ਦੇ ਵਿੱਚ ਰਹਿੰਦਿਆਂ ਉੱਥੇ ਇੱਕ ਜੋਗੀ ਰਹਿੰਦਾ ਹੈ, ਜਿਹੜਾ ਕਿ ਗੁਰੂ ਘਰ ਦੇ ਨਾਲ, ਗੁਰੂ ਅੰਗਦ ਸਾਹਿਬ ਦੇ ਨਾਲ ਜੈਲਸੀ ਕਰਦਾ ਹੈ, ਕਿਉਂਕਿ ਸੰਗਤ ਜਿਹੜੀ ਹੈ ਗੁਰੂ ਅੰਗਦ ਸਾਹਿਬ ਦੇ ਕੋਲ ਜਾ ਰਹੀ ਹੈ ਦਰਸ਼ਨਾਂ ਵਾਸਤੇ, ਭੇਟਾਵਾਂ ਗੁਰੂ ਘਰ ਦੇ ਵਿੱਚ ਪਹੁੰਚ ਰਹੀਆਂ ਨੇ। ਤੇ ਉਹ ਜੋਗੀ ਜਿਹੜਾ ਨਾ, ਇਸ ਗੱਲੋਂ ਉਹ ਜੈਲਸੀ ਕਰਦਾ ਕਿ ਮੇਰੇ ਕੋਲ ਕੋਈ ਨਹੀਂ ਆਉਂਦਾ, ਸਾਰੇ ਉਧਰ ਨੂੰ ਜਾ ਰਹੇ ਨੇ। ਇੱਕ ਵਾਰ ਕੀ ਹੋਇਆ ਕਿ ਗਰਮੀਆਂ ਦਾ ਮੌਸਮ ਤੇ ਉਧਰੋਂ ਬਾਰਿਸ਼ ਨਾ ਹੋਈ, ਮੀਂਹ ਨਾ ਪਿਆ। ਪਿੰਡ ਦੇ ਲੋਕ ਫਸਲ ਬੀਜੀ ਸੀ, ਕਿਉਂਕਿ ਤੁਹਾਨੂੰ ਪਤਾ ਹੈ ਉਹ ਸਮਾਂ ਜਦੋਂ ਖੇਤੀ ਜਿਹੜੀ ਹੈ, ਐਗਰੀਕਲਚਰ ਡਿਪੈਂਡਸ ਔਨ ਰੇਨ, ਬਾਰਿਸ਼ ਦੇ ਉੱਤੇ ਹੀ ਡਿਪੈਂਡ ਕਰਦੀ ਸੀ। ਮੀਂਹ ਪੈਣਾ ਤੇ ਫਸਲ ਬੀਜ ਦੇਣਾ, ਮੀਂਹ ਪੈਣਾ ਤੇ ਉਹਦੇ ਨਾਲ ਹੀ ਫਸਲ ਨੇ ਗਰੋ ਹੋਣਾ। ਕਾਫੀ ਸਮਾਂ ਲੰਘ ਗਿਆ, ਮੀਂਹ ਨਾ ਪਿਆ ਤੇ ਜਿਹੜਾ ਬੀਜ ਬੀਜਿਆ ਸੀ ਨਾ, ਉਹ ਸੜਨਾ ਸ਼ੁਰੂ ਹੋ ਗਿਆ ਜੀ। ਤੇ ਉਹਨਾਂ ਨੇ, ਸੰਗਤ ਨੇ ਆਣ ਕੇ ਗੁਰੂ ਚਰਨਾਂ 'ਚ ਬੇਨਤੀ ਕੀਤੀ, ਮਾਲਕ ਜੀ ਕਿਰਪਾ ਕਰੋ ਬਾਰਿਸ਼ ਪੈ ਜਾਏ। ਤੇ ਗੁਰੂ ਅੰਗਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਉਸ ਮਾਲਕ ਦੀ ਰਜ਼ਾ, ਉਹਦਾ ਹੁਕਮ, ਜਦੋਂ ਉਹਨੇ ਮੀਂਹ ਪਾਉਣਾ ਪਾ ਦੇਣਾ। ਤੇ ਜੇ ਤਸੱਲੀ ਨਾ ਹੋਈ, ਕਿਉਂਕਿ ਹੁਣ ਜੇ ਮੀਂਹ ਨਾ ਪਿਆ, ਅਨਾਜ ਸੜ ਗਿਆ, ਬੀਜ ਸੜ ਗਿਆ ਤੇ ਅਨਾਜ ਨਹੀਂ ਹੋ ਪਾਉਣਾ, ਕਾਲ ਪੈ ਜਾਏਗਾ। ਤੇ ਉਹ ਜੋਗੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ਕਹਿਣ ਲੱਗੇ ਤੁਸੀਂ ਇੱਕ ਗ੍ਰਸਤੀ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ, ਰੱਬ ਤੁਹਾਡੇ ਨਾਲ ਨਾਰਾਜ਼ ਹੋ ਗਿਆ। ਜੇ ਮੀਂਹ ਪਵਾਉਣਾ ਚਾਹੁੰਦੇ ਹੋ, ਇਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ, ਮੈਂ ਮੀਂਹ ਪਵਾਵਾਂਗਾ। ਗੁਰੂ ਅੰਗਦ ਸਾਹਿਬ ਬਾਰੇ ਕਹਿੰਦਾ, ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢ ਦਿਓ, ਮੀਂਹ ਮੈਂ ਪਵਾਵਾਂਗਾ, ਮੇਰੀ ਜ਼ਿੰਮੇਵਾਰੀ। ਪਿੰਡ ਦੇ ਲੋਕ ਉਹਦੀਆਂ ਗੱਲਾਂ 'ਚ ਆ ਗਏ, ਕਿਉਂਕਿ ਮੀਂਹ ਪਾਉਣਾ ਸੀ, ਫਸਲ ਚਾਹੀਦੀ ਸੀ। ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ, ਪਾਤਸ਼ਾਹ ਜੀ ਜੋਗੀ ਕਹਿੰਦਾ ਕਿ ਮੈਂ ਮੀਂਹ ਪਵਾਵਾਂਗਾ, ਪਰ ਉਹਦੀ ਸ਼ਰਤ, ਉਹਦੀ ਕੰਡੀਸ਼ਨ ਇਹ ਹੈ ਕਿ ਤੁਸੀਂ ਨਗਰ ਛੱਡ ਕੇ ਚਲੇ ਜਾਓ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ, ਸਤ ਬਚਨ, ਜੇ ਤੁਹਾਡਾ ਕੰਮ ਸਵਰਦਾ ਹੈ ਤੇ ਮੈਨੂੰ ਪਿੰਡ ਛੱਡ ਕੇ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕੋਈ ਤਕਲੀਫ ਨਹੀਂ। ਸਤਿਗੁਰੂ ਜੀ ਚਲੇ ਗਏ ਜੀ ਨਗਰ ਛੱਡ ਕੇ। ਪਿੰਡ ਦੇ ਲੋਕ ਇਕੱਠੇ ਹੋ ਗਏ ਜੋਗੀ ਦੇ ਕੋਲ, ਜੋਗੀ ਜੀ ਮੀਂਹ ਪਵਾਓ। ਬਾਹਰ ਨਿਕਲਿਆ ਜੀ, ਉਹ ਆਪਣੇ ਜਿੱਥੇ ਰਹਿੰਦਾ ਸੀ ਕੁਟੀਆ ਦੇ ਵਿੱਚ, ਤੇ ਬਾਹਰ ਨਿਕਲ ਕੇ ਉਹਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਮੰਤਰ ਪੜ੍ਹੀ ਜਾਵੇ, ਮੀਂਹ ਪਵੇ ਨਾ, ਆਕਾਸ਼ ਵੱਲ ਦੇਖੇ, ਬੜਾ ਕੁਝ ਕਰੇ, ਮੀਂਹ ਨਾ ਪਵੇ। ਹੁਣ ਲੋਕਾਂ ਦਾ ਸਬਰ ਜਿਹੜਾ ਨਾ ਜੀ, ਉਹ ਖਤਮ ਹੋਣਾ ਸ਼ੁਰੂ ਹੋਇਆ। ਕਹਿਣ ਲੱਗੇ, ਜੋਗੀ ਜੀ ਤੁਸੀਂ ਕਹਿੰਦੇ ਸੀ ਮੈਂ ਗਰੰਟੀ ਦਿਨਾ ਮੀਂਹ ਪਵਾਵਾਂਗਾ, ਪਵਾਓ। ਗੁੱਸੇ ਦੇ ਵਿੱਚ ਆ ਗਿਆ, ਕਹਿਣ ਲੱਗਾ ਮੀਂਹ ਮੈਂ ਹੱਥ 'ਚ ਫੜਿਆ ਹੈ, ਮੁੱਠ ਬੰਦ ਕੀਤੀ ਹੈ ਕਿ ਮੁੱਠ ਖੋਲੀ ਤੇ ਮੀਂਹ ਪੈ ਗਿਆ। ਹੁਣ ਇੰਨੇ ਸਮੇਂ ਨੂੰ ਬਾਬਾ ਅਮਰਦਾਸ ਜੀ, ਜਿਹੜੇ ਬਾਅਦ ਵਿੱਚ ਗੁਰੂ ਅਮਰਦਾਸ ਬਣਦੇ ਨੇ, ਬਾਬਾ ਅਮਰਦਾਸ ਜੀ ਖਡੂਰ ਸਾਹਿਬ ਆਪਣੇ ਪਿੰਡ ਗਏ ਹੋਏ ਸੀ ਜੀ। ਉਹ ਖਡੂਰ ਸਾਹਿਬ ਵਾਪਸ ਆਏ, ਪੁੱਛਿਆ ਸਤਿਗੁਰੂ ਜੀ ਕਿੱਥੇ ਨੇ? ਤੇ ਭਾਵਨਾ ਵਾਲੇ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਇਹ ਕੀਤਾ ਹੈ ਗੁਰੂ ਅੰਗਦ ਸਾਹਿਬ ਜੀ ਦੇ ਨਾਲ। ਤੇ ਬਾਬਾ ਅਮਰਦਾਸ ਜੀ ਫਿਰ ਉੱਥੇ ਪਹੁੰਚੇ ਜਿੱਥੇ ਜੋਗੀ ਬੈਠਾ ਸੀ, ਮੀਂਹ ਪਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੇ ਉੱਥੇ ਜਾ ਕੇ ਫਿਰ ਲੋਕਾਂ ਨੂੰ ਕਿਹਾ, ਜਿਹੜੇ ਉੱਥੇ ਖੜੇ ਸੀ, ਕਹਿਣ ਲੱਗੇ, ਮੂਰਖੋ, ਜਿਸ ਗੁਰੂ ਦੇ ਕੋਲ ਸਾਰੀਆਂ ਤਾਕਤਾਂ ਸੀ, ਜਿਹੜਾ ਗੁਰੂ ਸਭ ਕੁਝ ਕਰਨ ਦੇ ਸਮਰੱਥ ਸੀ, ਉਸ ਨੂੰ ਤਾਂ ਤੁਸੀਂ ਬਾਹਰ ਕੱਢ ਦਿੱਤਾ ਪਿੰਡ ਚੋਂ। ਇਸ ਜੋਗੀ ਦੇ ਉੱਤੇ ਵਿਸ਼ਵਾਸ ਕਰਦੇ ਹੋ ਕਿ ਇਹ ਮੀਂਹ ਪਵਾਏਗਾ? ਗਲਤੀ ਦਾ ਅਹਿਸਾਸ ਹੋਇਆ। ਕਹਿਣ ਲੱਗੇ, ਹੁਣ ਬਾਬਾ ਜੀ ਕੀ ਕਰੀਏ? ਕਹਿਣ ਲੱਗੇ, ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦੇ ਕੋਲੋਂ ਸਾਨੂੰ ਮੁਆਫੀ ਮੰਗਣੀ ਪਏਗੀ। ਜੋ ਅਸੀਂ ਗੁਰੂ ਦੇ ਨਾਲ ਸਲੂਕ ਕੀਤਾ ਹੈ, ਬਿਹੇਵ ਕੀਤਾ ਹੈ, ਉਹਦੀ ਮੁਆਫੀ ਸਾਨੂੰ ਮੰਗਣੀ ਪਏਗੀ। ਤੇ ਦੂਜੀ ਗੱਲ ਰਹੀ ਮੀਂਹ ਪੈਣ ਦੀ ਗੱਲ, ਜੋਗੀ ਨੂੰ ਜਿੱਧਰ ਲੈ ਕੇ ਜਾਓਗੇ ਨਾ, ਉਧਰ ਮੀਂਹ ਪਏਗਾ।
ਪਿੰਡ ਦੇ ਲੋਕਾਂ ਨੇ ਕੀ ਕੀਤਾ ਜੀ, ਕਿਸੇ ਨੇ ਲੱਤ ਫੜੀ, ਕਿਸੇ ਨੇ ਬਾਂਹ ਫੜੀ, ਜੋਗੀ ਨੂੰ ਫੜ ਕੇ ਧੂਣਾ ਸ਼ੁਰੂ ਕਰ ਦਿੱਤਾ ਆਪਣੇ ਖੇਤਾਂ ਦੇ ਵਿੱਚ। ਜਿੱਧਰ ਜਿੱਧਰ ਉਹਨੂੰ ਲੈ ਕੇ ਜਾਣ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਜੋਗੀ ਤਾਂ ਮਰ ਗਿਆ ਇਸੇ ਖਿੱਚਾਤੂ ਦੇ ਵਿੱਚ। ਮੀਂਹ ਪੈਣ ਤੋਂ ਬਾਅਦ ਹੁਣ ਪਿੰਡ ਦੇ ਲੋਕ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਦੇ ਕੋਲ ਮੁਆਫੀ ਮੰਗਣ ਵਾਸਤੇ ਗਏ ਨੇ, ਵਾਪਸ ਲੈਣ ਵਾਸਤੇ ਗਏ ਨੇ। ਤੇ ਸਤਿਗੁਰਾਂ ਨੂੰ ਖਬਰ ਪਹੁੰਚ ਗਈ ਜੋ ਘਟਨਾ ਹੋਈ ਖਡੂਰ ਦੇ ਵਿੱਚ। ਮੀਂਹ ਪਿਆ, ਬਾਬਾ ਅਮਰਦਾਸ ਜੀ ਨੇ ਕੀ ਕਿਹਾ, ਜਦੋਂ ਸੰਗਤ ਉੱਥੇ ਪਹੁੰਚੀ ਬਾਬਾ ਅਮਰਦਾਸ ਜੀ ਅੱਗੇ ਹੋ ਕੇ ਨਮਸਕਾਰ ਕਰਨ ਲੱਗੇ ਗੁਰੂ ਅੰਗਦ ਸਾਹਿਬ ਨੂੰ, ਤੇ ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ। ਦੂਜੀ ਸਾਈਡ ਤੇ ਹੋਏ ਸਤਿਗੁਰਾਂ ਨੇ ਫਿਰ ਪਿੱਠ ਕਰ ਲਈ, ਫਿਰ ਹੱਥ ਜੋੜੇ, ਕਹਿਣ ਲੱਗੇ ਦਾਤਾ ਜੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ, ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ, ਜੇਕਰ ਭੁੱਲ ਹੋਈ ਹੈ ਤੇ ਕਿਰਪਾ ਕਰਕੇ ਦੱਸੋ, ਮੈਂ ਖਿਮਾ ਦਾ ਜਾਚਕ ਹਾਂ, ਮੁਆਫ ਕਰੋ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਪੁਰਖਾ ਪਰਮਾਤਮਾ ਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਤੁਹਾਨੂੰ ਇਜਾਜ਼ਤ ਕਿਹਨੇ ਦਿੱਤੀ, ਕਿੰਨੇ ਅਥਾਰਟੀ ਦੇ ਦਿੱਤੀ ਕਿ ਉਸ ਮਾਲਕ ਦੇ ਹੁਕਮ ਦੇ ਵਿੱਚ ਆਪਾਂ ਦਖਲ ਅੰਦਾਜ਼ੀ ਕਰੀਏ। ਜੇ ਮੀਂਹ ਨਹੀਂ ਸੀ ਪੈ ਰਿਹਾ ਉਹਦੀ ਰਜ਼ਾ, ਜਦੋਂ ਉਹਨੂੰ ਚੰਗਾ ਲੱਗਦਾ ਜਾਂ ਜਦੋਂ ਉਹਦਾ ਹੁਕਮ ਹੁੰਦਾ ਮੀਂਹ ਜ਼ਰੂਰ ਪੈਂਦਾ, ਪਰ ਜੋ ਤੁਸੀਂ ਅੱਜ ਖਡੂਰ ਦੇ ਵਿੱਚ ਕੀਤਾ ਨਾ ਇਹ ਪ੍ਰਵਾਨ ਨਹੀਂ। ਉਸ ਮਾਲਕ ਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾ ਸਕਦੀ, ਤੇ ਨਾ ਹੀ ਕਿਸੇ ਦੀ ਇਹ ਔਕਾਤ ਹੈ ਕਿ ਉਹਦੇ ਹੁਕਮ 'ਚ ਕੋਈ ਦਖਲ ਅੰਦਾਜ਼ੀ ਕਰੇ। ਹਾਂ, ਇੰਨਾ ਜ਼ਰੂਰ ਹੋ ਸਕਦਾ ਹੈ ਕਿ ਉਹਦੇ ਹੁਕਮ ਨੂੰ ਆਪਣੇ ਵਾਸਤੇ ਭਲਾ ਕਰਕੇ ਜਾਣ ਲਈਏ, ਕਿਉਂਕਿ ਪਲੈਨਿੰਗ ਉਹਦੀ ਹੈ। ਪਤਾ ਨਹੀਂ ਮੈਨੂੰ ਮੇਰੇ ਨਾਲ ਅਗਲੇ ਹੀ ਪਲ ਦੇ ਵਿੱਚ ਕੀ ਹੋਏਗਾ, ਪਰ ਜੇਕਰ ਮੈਂ ਇਹ ਵਿਸ਼ਵਾਸ ਬਣਾ ਲਾਂ ਉਸ ਮਾਲਕ ਦੇ ਉੱਤੇ ਕਿ ਜੋ ਉਹ ਕਰੇਗਾ ਭਲਾ ਹੋਏਗਾ, ਤੇ ਸਾਧ ਸੰਗਤ ਭਲਾ ਹੀ ਹੋਏਗਾ। ਚਾਹੇ ਦੁੱਖ ਵੀ ਕਿਉਂ ਨਾ ਆ ਜਾਏ, ਜਿਹੜਾ ਉਹਦੇ ਹੁਕਮ ਨੂੰ ਮੰਨ ਲੈਂਦਾ ਹੈ ਨਾ, ਉਹ ਦੁੱਖ ਵੀ ਉਹਦੇ ਵਾਸਤੇ ਭਲਾ ਹੀ ਹੁੰਦਾ ਹੈ। ਜਪਜੀ ਸਾਹਿਬ ਆਪਾਂ ਪੜ੍ਹਦੇ ਆ ਨਾ ਜੀ, ਕੀ ਕਹਿੰਦੇ ਨੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ, ਇੱਕ ਨਾ ਦੁੱਖ ਭੂਖ ਸਦ ਮਾਰ। ਹਾਂ, ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਕਹਿੰਦੇ ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਉਹ ਕਹਿੰਦੇ ਮਾਲਕ ਜੇਕਰ ਦੁੱਖ ਆ ਰਿਹਾ ਜੀਵਨ 'ਚ, ਕੋਈ ਪ੍ਰੋਬਲਮ ਆ ਰਹੀ ਹੈ, ਇਹ ਵੀ ਤੇਰੀ ਦਾਤ ਹੈ। ਉਹ ਦੁੱਖਾਂ ਨੂੰ ਭੁੱਖ ਨੂੰ ਵੀ ਉਹਦੀ ਦਾਤ ਸਮਝ ਕੇ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਕਰਦੇ ਨੇ, ਕੰਪਲੇਨ ਨਹੀਂ। ਸਾਧ ਸੰਗਤ ਇਹੀ ਗੱਲ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ ਢੱਡੈ ਢਾ ਉਸਾਰੇ ਆਪੇ, ਸੰਸਾਰ ਨੂੰ ਬਣਾਉਂਦਾ ਹੈ ਆਪਣੇ ਹੁਕਮ ਦੇ ਵਿੱਚ, ਢਾ ਵੀ ਦਿੰਦਾ ਹੈ। ਜਿਉਂ ਤਿਸ ਭਾਵੈ ਤਿਵੇਂ ਕਰੇ, ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਭਾਵੈ ਦਾ ਮਤਲਬ ਹੈ ਚੰਗਾ ਲੱਗਣਾ, ਜਿਵੇਂ ਉਹਨੂੰ ਚੰਗਾ ਲੱਗਦਾ ਹੈ ਤਿਵੇਂ ਕਰੇ, ਉਦਾਂ ਹੀ ਉਹ ਕਰਦਾ ਹੈ। ਕਰ ਕਰ ਦੇਖੈ ਹੁਕਮ ਚਲਾਏ, ਕਰ ਕਰ ਦੇਖੈ ਦਾ ਮਤਲਬ ਹੈ ਕ੍ਰੀਏਸ਼ਨ ਨੂੰ ਕ੍ਰੀਏਟ ਕਰਕੇ ਸਭ ਕੁਝ ਦੀ ਸੰਭਾਲ ਕਰਦਾ ਪਿਆ ਹੈ, ਹੁਕਮ ਦੇ ਵਿੱਚ ਸਾਰਿਆਂ ਨੂੰ ਤੋਰਦਾ ਪਿਆ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੇ ਤੀਜੀ ਗੱਲ, ਤਿਸ ਨਿਸਤਾਰੇ ਜਾ ਕੋ ਨਦਰ ਕਰੇ, ਉਹਦਾ ਉਧਾਰ ਹੋ ਜਾਂਦਾ ਹੈ, ਉਹ ਆਪਣੇ ਜੀਵਨ ਨੂੰ ਸਫਲ ਬਣਾ ਜਾਂਦਾ ਹੈ ਜਿਹਦੇ ਉੱਤੇ ਉਹਦੀ ਨਦਰ ਹੋ ਜਾਂਦੀ ਹੈ, ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਂਦੀ ਹੈ। ਜਿਹੜਾ ਉਹਦੀ ਨਦਰ ਦਾ ਮਿਹਰ ਦਾ ਪਾਤਰ ਬਣ ਜਾਂਦਾ ਹੈ, ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਤੇ ਨਦਰ ਕਿਹਦੇ ਉੱਤੇ ਹੁੰਦੀ ਹੈ? ਜਿਸ ਨੇ ਉਹਦੇ ਹੁਕਮ ਨੂੰ ਸਮਝ ਲਿਆ, ਜਿਸ ਨੇ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੇ ਹਿਰਦੇ ਵਿੱਚ ਵਸ ਜਾਵੇ ਜੀ, ਕਿਤੇ ਉਹਦੇ ਹੁਕਮ ਨੂੰ ਆਪਾਂ ਵੀ ਸਮਝ ਸਕੀਏ, ਕਿਉਂਕਿ ਉਹਦਾ ਹੁਕਮ ਸਾਡੇ ਵਾਸਤੇ ਭਲਾਈ ਹੋਏਗਾ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।